ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਘਟਨਾ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਕੰਮ ਕਰਦੇ ਗੁਰਦੇਵ ਸਿੰਘ ਨਾਲ ਵਾਪਰੀ, ਜਿਸ ਦੀ ਪਤਨੀ ਨੂੰ ਇੱਕ ਰਾਤ ਇਸ ਕਿਸਮ ਦਾ ਦੌਰਾ ਪਿਆ। ਗੁਰਦੇਵ ਇੱਕ ਪੜ੍ਹਿਆ ਲਿਖਿਆ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਇਨਸਾਨ ਸੀ, ਜਿਸ ਨੂੰ ਵਹਿਮਾਂ ਭਰਮਾਂ ਦੀਆਂ ਗੱਲਾਂ ਤੋਂ ਹੀ ਸਖਤ ਚਿੜ ਸੀ ਤੇ ਉਹ ਤਰਕਸ਼ੀਲ ਲਹਿਰ ਨਾਲ ਵੀ ਭਾਵੁਕ ਤੌਰ ਤੇ ਜੁੜਿਆ ਹੋਇਆ ਨੇਕ ਚਲਨ ਇਨਸਾਨ ਸੀ। ਇਸ ਘਟਨਾ ਨੇ ਉਸਦੇ ਪਰਿਵਾਰ ਵਿੱਚ ਮੁਸ਼ਕਿਲ ਖੜੀ ਕਰ ਦਿੱਤੀ। ਲਗਭਗ 40 ਸਾਲ ਉਮਰ ਦੀ ਪਰਮਜੀਤ ਨੂੰ ਅਕਸਰ ਰਾਤ ਨੂੰ ਇਸ ਕਿਸਮ ਦਾ ਅਟੈਕ ਹੁੰਦਾ ਅਤੇ ਉਸਦੇ ਕਹਿਣ ਮੁਤਾਬਕ ਉਸਦਾ ਸਾਰਾ ਪਿੰਡਾ ਆਕੜ ਜਾਂਦਾ ਤੇ ਸਖਤ ਦਰਦ ਹੁੰਦਾ। ਉਸ ਘੜੀ ਉਸ ਨੂੰ ਕੁਝ ਨਹੀਂ ਸੀ ਪਤਾ ਲੱਗਦਾ ਕਿ ਉਸ ਨਾਲ ਕੀ ਹੋ ਰਿਹਾ ਹੈ, ਪਰ ਇਹ ਦੌਰਾ ਉਸ ਨੂੰ ਇੰਨਾ ਤੋੜ ਦਿੰਦਾ ਕਿ ਅਗਲੇ 2-3 ਦਿਨ ਉਹ ਕੁਝ ਨਾ ਕਰਨ ਜੋਗੀ ਰਹਿੰਦੀ। ਗੁਰਦੇਵ ਲਈ ਬੜੀ ਵਿਪਤਾ ਵਾਲੀ ਗੱਲ ਹੋ ਗਈ ਕਿ ਉਹ ਸਾਰਾ ਦਿਨ ਆਫਿਸ ਵਿੱਚ ਡਿਊਟੀ ਕਰੇ ਅਤੇ ਫਿਰ ਰਾਤ ਨੂੰ ਜਾਗ ਕੇ ਬੀਵੀ ਨੂੰ ਸੰਭਾਲੇ। ਉੱਪਰੋਂ ਬੱਚਿਆਂ ਦੀ ਪੜ੍ਹਾਈ ਦਾ ਵੀ ਹਰਜਾ ਹੋ ਰਿਹਾ ਸੀ। ਇੱਕ ਤੋਂ ਬਾਅਦ ਇੱਕ ਅਨੇਕ ਡਾਕਟਰਾਂ ਨੂੰ ਦਿਖਾਇਆ ਗਿਆ, ਪਰ ਪਰਮਜੀਤ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ, ਸਗੋਂ ਉਸ ਦਾ ਮਰਜ਼ ਵੱਧਦਾ ਗਿਆ। ਪਤਾ ਲੈਣ ਆਏ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਅਜਿਹੀਆਂ ਗੱਲਾਂ ਜੋ ਪੜ੍ਹੇ ਲਿਖੇ ਗੁਰਦੇਵ ਨੂੰ ਚੰਗੀਆਂ ਨਹੀਂ ਸਨ ਲੱਗਦੀਆਂ। ਇਹ ਤਾਂ ਭਾਈ ਇਹਨੂੰ ਬਾਹਰਲਾ ਰੋਗ ਚੁੰਬੜਿਆ ਲੱਗਦਾ। ਮੈਂ ਤਾਂ ਆਣੀ ਆ, ਤੂੰ ਡਾਕਟਰਾਂ ਦਾ ਛੱਡ ਖਹਿੜਾ ਤੇ ਕਿਸੇ ਸਿਆਣੇ ਦੇ ਪੈਰ ਫੜ। ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ, ਐਵੇਂ ਟੀਕੇ ਲਾ ਘਰ ਭਰੀ ਜਾਂਦੇ ਆਪਣਾ। ਹੈ ਤਾਂ ਇਹਨੂੰ ਉਪਰੀ ਕਸਰ। ਗੁਰੂ ਮਹਾਰਾਜ ਦੀ ਸਹੁੰ, ਮੇਰੀ ਭਤੀਜ ਨੌ ਨੂੰ ਵੀ ਜਮਾਂ ਹੀ ਇੱਕ ਨਹੀਂ ਕਸਰ ਹੋ ਗਈ ਸੀ। ਅਸੀਂ ਬਥੇਰੇ ਡਾਕਟਰ ਬੁਲਾਏ, ਬਹੁਤ ਤੜਫਦੀ ਸੀ ਉਹ ਵੀ, ਤੇ ਕਿਤੋਂ ਫਰਕ ਨਹੀਂ ਸੀ ਪੈਂਦਾ। ਹਾਰ ਕੇ ਅਸੀਂ ਮਲੇਰਕੋਟਲੇ ਤੋਂ ਰਫੀ ਪੀਰ ਦਾ ਚੇਲਾ ਲਿਆਂਦਾ ਸੱਦ ਕੇ। ਉਹਨੇ ਪੂਰੇ 11 ਦਿਨ ਵਾਰੇ ਝਾੜੇ ਲਾਏ ਤੇ ਫਿਰ ਕਿਤੇ ਜਾ ਕੇ ਕੁੜੀ ਦੇ ਸਿਰ ਤੋਂ ਪ੍ਰੇਤ ਉਤਰਿਆ। ਲੈ ਮੰਨੇਗਾ ਤਾਂ ਤੂੰ ਗੱਪ, ਉਹ ਤਾਂ ਸਾਰੇ ਪਿੰਡ ਦੇ ਸਾਹਮਣੇ ਪ੍ਰੇਤ ਨੂੰ ਕੈਦ ਕਰਕੇ ਲੈ ਗਿਆ ਸੀਸੀ ਦੇ ਵਿੱਚ। ਸੀਸੀ ਦੀ ਤਾਂ ਮੈਂ ਆਪ ਵੇਖੀ। ਗੁਰਦੇਵ ਦੀ ਮੁਸ਼ਕਲ ਇਹ ਸੀ ਕਿ ਉਹ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ ਸੀ, ਪਰ ਪਿੰਡ ਦੇ ਲੋਕਾਂ ਦਾ ਖਿਆਲ ਸੀ ਕਿ ਪਰਮਜੀਤ ਨੂੰ ਕੋਈ ਉੱਪਰੀ ਕਸਰ ਹੋ ਗਈ ਸੀ। ਤਰਕਸ਼ੀਲ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਗੁਰਦੇਵ ਅਜਿਹੀ ਗੱਲ ਤਾਂ ਸੋਚ ਵੀ ਨਹੀਂ ਸੀ ਸਕਦਾ। ਕਿਸੇ ਚੇਲੇ ਸਾਧ ਨੂੰ ਘਰ ਬੁਲਾਉਣ ਦੀ ਤਾਂ ਗੱਲ ਬਹੁਤ ਹੀ ਦੂਰ ਹੈ। ਸਿੱਟੇ ਵਜੋਂ ਉਹ ਪਰੇਸ਼ਾਨ ਰਹਿਣ ਲੱਗਾ। ਗੁਰਦੇਵ ਸਾਡਾ ਨਿੱਘਾ ਮਿੱਤਰ ਸੀ ਤੇ ਸਮਾਜ ਸੁਧਾਰ ਕੰਮਾਂ ਦਾ ਸਾਥੀ ਵੀ। ਜਦੋਂ ਸਾਨੂੰ ਉਸ ਦੀ ਮੁਸ਼ਕਲ ਦਾ ਪਤਾ ਲੱਗਿਆ ਤਾਂ ਪਹਿਲਾਂ ਅਸੀਂ ਆਪਸ ਵਿੱਚ ਵਿਚਾਰ ਕੀਤੀ ਤੇ ਫਿਰ ਗੁਰਦੇਵ ਨਾਲ ਵੀ ਵਿਚਾਰਿਆ। ਗੁੰਝਲਦਾਰ ਸਮੱਸਿਆ ਤਾਂ ਇਹ ਸੀ ਕਿ ਪਰਮਜੀਤ ਖੁਦ ਪੜ੍ਹੀ ਲਿਖੀ ਤੇ ਸਮਝਦਾਰ ਔਰਤ ਸੀ। ਸਾਨੂੰ ਨਹੀਂ ਸੀ ਲੱਗਦਾ ਕਿ ਉਹ ਕਿਸੇ ਵਹਿਮ ਭਰਮ ਦਾ ਸ਼ਿਕਾਰ ਹੋ ਸਕਦੀ ਹੈ। ਦੇਖਣ ਨੂੰ ਰੋਗੀ ਵੀ ਲੱਗਦੀ ਸੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਰਜਿੰਦਰ ਭਦੌੜ ਕੋਲੇ ਲਿਜਾਣ ਦੀ ਸਲਾਹ ਦਿੱਤੀ। ਪਹਿਲੀ ਨਜ਼ਰੇ ਮੈਨੂੰ ਦਬੇ ਹੋਏ ਜਜ਼ਬਾਤਾਂ ਦਾ ਮਸਲਾ ਲੱਗਿਆ। ਮਨੁੱਖੀ ਮਨ ਅੰਦਰ ਹਰ ਸਮੇਂ ਚੰਗੇ ਮਾੜੇ ਵਿਚਾਰ ਉਤਪੰਨ ਹੁੰਦੇ ਰਹਿੰਦੇ ਆ ਤੇ ਇਹਨਾਂ ਦਾ ਨਿਕਾਸ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਕਥਾਰਸਿਸ ਕਹਿੰਦੇ ਹਾਂ। ਜਦੋਂ ਕੋਈ ਸੰਵੇਗ ਦਬ ਜਾਂਦਾ ਤਾਂ ਉਸ ਦਾ ਮਨੁੱਖੀ ਮਨ ਉੱਪਰ ਇੱਕ ਪ੍ਰੈਸ਼ਰ ਬਣ ਜਾਂਦਾ ਤੇ ਉਸ ਦੀ ਇੱਛਾ ਨੂੰ ਸਮਝਣ ਲਈ ਉਸ ਨੂੰ ਮੋਹ ਪਿਆਰ ਅਪਣੱਤ ਨਾਲ ਵਿਸ਼ਵਾਸ 'ਚ ਲੈ ਕੇ ਉਸ ਦੀ ਸਮੱਸਿਆ ਨੂੰ ਜਾਣਨ ਦਾ ਉਪਰਾਲਾ ਕੀਤਾ ਜਾਂਦਾ। ਨਹੀਂ ਤਾਂ ਕਈ ਵਾਰੀ ਉਸ ਦੇ ਕੰਪਲੈਕਸ ਨੂੰ ਸਮਝਣ ਵਾਸਤੇ ਹਿਪਨੋਟਾਈਜ਼ ਕਰਕੇ ਉਸ ਦੇ ਦਿਮਾਗ ਦੇ ਨੇੜੇ ਪਹੁੰਚਿਆ ਜਾਂਦਾ। ਪਰਮਜੀਤ ਦੇ ਮਨ ਦੀਆਂ ਗੁੰਝਲਾਂ ਨੂੰ ਜਾਣਨ ਲਈ ਉਸ ਨੂੰ ਸੰਮੋਹਕ ਨੀਂਦ ਵਿੱਚ ਲਿਜਾਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਰਮਜੀਤ ਉੱਪਰ ਕੋਈ ਅਸਰ ਨਾ ਹੋਇਆ। ਹਿਪਨੋਟਾਈਜ਼ ਦਾ ਅਸਰ ਫੇਰ ਹੀ ਠੀਕ ਤਰੀਕੇ ਨਾਲ ਹੁੰਦਾ ਜੇ ਵਿਅਕਤੀ ਠੀਕ ਤਰੀਕੇ ਨਾਲ ਸਹਿਯੋਗ ਕਰੇ। ਜੇਕਰ ਉਹ ਆਪਣੀ ਚੇਤਨਾ ਨੂੰ ਫੜ ਕੇ ਬੈਠਾ ਰਹਿੰਦਾ, ਸਹਿਯੋਗ ਨਹੀਂ ਦਿੰਦਾ, ਤਾਂ ਹਿਪਨੋਟਿਜ਼ਮ ਦਾ ਉਹਦੇ ਤੇ ਕੋਈ ਵੀ ਅਸਰ ਨਹੀਂ ਹੁੰਦਾ। ਅਸੀਂ ਇਸ ਘਟਨਾ ਨੂੰ ਲੈ ਕੇ ਬੜੇ ਪਰੇਸ਼ਾਨ ਹੋਏ ਕਿ ਪਰਮਜੀਤ ਉੱਤੇ ਸਮੋਹਨ ਦਾ ਅਸਰ ਕਿਉਂ ਨਹੀਂ ਸੀ ਹੋ ਰਿਹਾ। ਸਵਾਲ ਸੱਚਮੁੱਚ ਗੰਭੀਰ ਸੀ ਕਿ ਸੱਚਮੁੱਚ ਪਰਮਜੀਤ ਸਹਿਯੋਗ ਨਹੀਂ ਕਰਨਾ ਚਾਹੁੰਦੀ।
ਜਿਸ ਦਾ ਦੂਜਾ ਮਤਲਬ ਇਹ ਨਿਕਲਦਾ ਸੀ ਕਿ ਉਹ ਠੀਕ ਹੀ ਨਹੀਂ ਹੋਣਾ ਚਾਹੁੰਦੀ, ਜਾਂ ਉਸ ਨੂੰ ਡਰ ਸੀ ਕਿ ਕਿਤੇ ਸਾਮੂਹਿਕ ਅਵਸਥਾ ਵਿੱਚ ਉਸ ਕੋਲੋਂ ਕੋਈ ਰਾਜ਼ ਨਾ ਖੁੱਲ ਜਾਵੇ। ਕੀ ਸੱਚਮੁੱਚ ਉਹ ਕੋਈ ਗੱਲ ਛੁਪਾ ਰਹੀ ਸੀ? ਸਾਨੂੰ ਸ਼ੱਕ ਸੀ ਕਿ ਪਰਮਜੀਤ ਸਾਡੇ ਕੋਲੋਂ ਕੁਝ ਛੁਪਾ ਰਹੀ ਹੈ। ਤੇ ਉਸ ਦਿਨ ਤਾਂ ਸਾਡਾ ਸ਼ੱਕ ਬਿਲਕੁਲ ਯਕੀਨ 'ਚ ਹੀ ਬਦਲ ਗਿਆ ਜਦੋਂ ਗੁਰਦੇਵ ਨੇ ਸਾਨੂੰ ਦੱਸਿਆ ਕਿ ਹਿਪਨੋਟਾਈਜ਼ ਦੀਆਂ ਕੋਸ਼ਿਸ਼ਾਂ ਬੇਕਾਰ ਹੋਣ ਤੋਂ ਬਾਅਦ ਜਦੋਂ ਉਹ ਪਰਮਜੀਤ ਨੂੰ ਲੈ ਕੇ ਰਜਿੰਦਰ ਭਦੌੜ ਦੇ ਘਰੋਂ ਨਿਕਲਿਆ ਤਾਂ ਜੇ ਕੋਈ ਇਸ ਤੋਂ ਵੀ ਵੱਡਾ ਤਰਕਸ਼ੀਲ ਹੈ ਤਾਂ ਚੱਲੀਏ ਉਸ ਕੋਲ। ਮਤਲਬ ਗੁਰਦੇਵ ਨੂੰ ਇਸ ਗੱਲ ਦਾ ਮਤਲਬ ਸਮਝ ਆਇਆ ਜਾਂ ਨਾ, ਤਰਕਸ਼ੀਲਾਂ ਅੱਗੇ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਸੀ। ਪਰਮਜੀਤ ਦੀ ਦਿਲਚਸਪੀ ਠੀਕ ਹੋਣ ਵਿੱਚ ਐਨੀ ਨਹੀਂ ਸੀ ਜਿੰਨੀ ਤਰਕਸ਼ੀਲਾਂ ਨੂੰ ਨੀਵਾਂ ਦਿਖਾਉਣ ਵਿੱਚ। ਪਰ ਕਿਉਂ? ਵੇਲਾ ਆ ਗਿਆ ਸੀ ਕਿ ਇਸ ਭੇਦ ਉੱਤੋਂ ਵੀ ਪਰਦਾ ਚੁੱਕਿਆ ਜਾਂਦਾ। ਆਮ ਤੌਰ ਤੇ ਨਾਟਕ ਕਰਨ ਲਈ ਪਰਦਾ ਚੁੱਕਿਆ ਜਾਂਦਾ ਹੈ, ਪਰ ਇਸ ਵਾਰ ਇਤਿਹਾਸ ਬਦਲ ਗਿਆ ਤੇ ਪਰਦਾ ਚੁੱਕਣ ਲਈ ਨਾਟਕ ਕੀਤਾ ਗਿਆ। अलख निरंजन कष्ट है। मैनू पता है तेरी आत्मा उत्ते कष्ट है। एक दुष्ट आत्मा ने तेरी देह उत्ते कब्जा कर लिया है। पाड़ा मंगदी है छड्डन दा। कष्ट है। मैं ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਆ ਚੁੱਕ ਇੱਥੋਂ ਆਪਣੀ ਟਿੰਡ ਫੋੜੀ ਤੇ ਚੱਲਦਾ ਬਣ। कष्ट है तेरे करके ही ਇਹਦੀ ਆਤਮਾ ਤੇ ਕਸ਼ਟ ਹੈ। ਤੈਨੂੰ ਪਰਮਾਤਮਾ ਦੀ ਸ਼ਕਤੀ ਤੇ ਸਾਧਾਂ ਦੀ ਭਗਤੀ ਤੇ ਲੇਖਾਂ ਦੀ ਕਰਨੀ ਤੇ ਭਰੋਸਾ ਨਹੀਂ ਹੈ ਭਗਤਾ। ਇਸੇ ਕਰਕੇ ਤੇਰੀ ਪਤਨੀ ਤੇ ਕਸ਼ਟ ਹੈ। ਕਰਦਾ ਤੂੰ ਹੈ, ਭਰਦੀ ਇਹ ਹੈ। ਸੰਭਲ ਜਾ ਵਰਨਾ ਬਹੁਤ ਪਛਤਾਏਗਾ। ਇਹ ਕਿਵੇਂ ਹੋ ਸਕਦਾ ਪਾਪਾ ਜੀ? ਸ਼ਕਤੀ ਹੈ, ਵਰਿਆਂ ਦੀ ਭਗਤੀ ਹੈ, ਆਤਮਾ ਪ੍ਰਚੰਡ ਹੈ। ਭੂਤਾਂ ਤੇ ਸਾਡਾ ਹੁਕਮ ਚੱਲਦਾ ਹੈ। ਬੋਲ ਦਿਖਾਵਾਂ ਹੁਣੇ ਜਿੰਨਾਂ ਦਾ ਡਿਸਕੋ ਡਾਂਸ। ਨਹੀਂ ਨਹੀਂ ਮਹਾਰਾਜ, ਮਹਾਰਾਜ ਮੈਂ ਤੁਹਾਡੀ ਸ਼ਕਤੀ ਨੂੰ ਸਮਝ ਗਿਆ। ਤੁਸੀਂ ਮੇਰੀ ਘਰਵਾਲੀ ਦਾ ਕਸ਼ਟ ਦੂਰ ਕਰੋ। ਮੈਂ ਬਹੁਤ ਦੁਖੀ ਹਾਂ ਮਹਾਰਾਜ। ਮੈਂ ਤੁਹਾਡੀ ਸ਼ਰਨ ਮੰਗਦਾ। ਇਹ ਕੀ ਪਾਗਲਪਨ ਕਰ ਰਿਹਾ ਗੁਰਦੇਵ ਸਿਆ? ਗਿਆਨ ਵਿਗਿਆਨ ਦੀ ਰਾਹ ਛੱਡ ਕੇ ਤੂੰ ਇਸ ਪਖੰਡੀ ਮਗਰ ਲੱਗ ਰਿਹਾ ਹੈ। ਕਸ਼ਟ ਹੈ। ਸਾਦਾ ਸੰਤਾਂ ਦਾ ਅਪਮਾਨ ਹੋਣ ਕਰਕੇ ਹੀ ਕਸ਼ਟ ਹੈ। ਬੋਲ ਬੀਬਾ ਕੀ ਮਰਜ਼ੀ ਆ ਤੇਰੀ? ਚਲੇ ਜਾਣ ਸੰਤ ਇਸ ਘਰ ਵਿੱਚੋਂ ਅਪਮਾਨ ਕਰਾ ਕੇ। ਇਹ ਤੁਹਾਨੂੰ ਇਸ ਘਰੋਂ ਚਲੇ ਜਾਣ ਲਈ ਕਹਿਣ ਵਾਲੇ ਕੌਣ ਹੁੰਦੇ ਆ ਬਾਬਾ ਜੀ? ਹੁਣ ਤਾਂ ਮੇਰੇ ਘਰ ਵਾਲਾ ਵੀ ਸਿੱਧੇ ਰਸਤੇ ਆ ਗਿਆ ਤੇ ਇਹਨਾਂ ਦੀ ਕੀ ਔਕਾਤ? ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਬਾਬਾ ਜੀ। ਕੁਝ ਹੀ ਪਲਾਂ ਵਿੱਚ ਮਾਮਲਾ ਭਖ ਗਿਆ। ਪਰਮਜੀਤ ਦੇ ਸਾਹਮਣੇ ਆਤਮਾ ਪਰਮਾਤਮਾ, ਵਹਿਮ ਭਰਮਾਂ, ਲੇਖ ਅਤੇ ਹੋਣੀ ਦੇ ਮਸਲੇ ਤੇ ਭਰਪੂਰ ਬਹਿਸ ਹੋਈ। ਤੈਅਸ਼ੁਦਾ ਸਕੀਮ ਅਨੁਸਾਰ ਪਲੜਾ ਉਸ ਸੰਤ ਦੇ ਹੱਕ ਵਿੱਚ ਝੁਕਦਾ ਚਲਾ ਗਿਆ ਤੇ ਪਰਮਜੀਤ ਸ਼ਾਇਦ ਇਹੀ ਚਾਹੁੰਦੀ ਸੀ। ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪਖੰਡੀ ਬਾਬਾ ਜੀ ਨਹੀਂ, ਤੁਸੀਂ ਹੋ। ਬਾਬਾ ਜੀ ਦੇ ਵਿਚਾਰ ਥੋਥੇ ਨਹੀਂ, ਤੁਹਾਡੇ ਵਿਚਾਰ ਥੋਥੇ ਨੇ। ਨਿਕਲ ਜਾਓ ਮੇਰੇ ਘਰੋਂ। ਤੁਸੀਂ ਇਸ ਪਖੰਡੀ ਤੇ ਵਿਸ਼ਵਾਸ ਕਰਕੇ ਬਹੁਤ ਵੱਡੀ ਗਲਤੀ ਕਰ ਰਹੇ ਹੋ ਭੈਣ ਜੀ। ਗਲਤੀਆਂ ਤਾਂ ਹੁਣ ਤੱਕ ਮੈਂ ਕਰਦਾ ਆਇਆ,
ਜਿਹੜਾ ਮੈਂ ਤੁਹਾਡੇ ਮਗਰ ਲੱਗਾ ਰਿਹਾ। ਰੱਬ ਦੇ ਵਾਸਤੇ ਮੇਰਾ ਖਹਿੜਾ ਛੱਡੋ ਤੇ ਬਾਬਿਆਂ ਨੂੰ ਮੇਰੇ ਘਰ ਵਾਲੀ ਦਾ ਇਲਾਜ ਕਰ ਲੈਣ ਦਿਓ। ਇਸਨੇ ਕੁਝ ਨਹੀਂ ਕਰਨਾ। ਜੇ ਮੈਂ ਨਾ ਕੁਝ ਕਰ ਸਕਿਆ ਤੇ ਵਚਨ ਹੈ ਮੇਰਾ, ਇਹ ਭੰਗਵਾਈ ਨਹੀਂ, ਸਰੀਰ ਦਾ ਚੋਲਾ ਤਿਆਗ ਕੇ ਵੀ ਪਰਲੋਕ ਗਮਨ ਕਰ ਜਾਵਾਂਗਾ। ਜਾਂ ਫਿਰ ਤੁਸੀਂ ਵੀ ਕੋਈ ਵਚਨ ਕਰੋ ਤੇ ਠੀਕ ਕਰਕੇ ਦਿਖਾਓ ਮੈਨੂੰ। ਤਰਕਸ਼ੀਲਾਂ ਦੀ ਇਸ ਨਾਟਕੀ ਹਾਰ ਤੋਂ ਬਾਅਦ ਪਰਮਜੀਤ ਦਾ ਸਾਧ ਜੀ ਉੱਪਰ ਇੰਨਾ ਵਿਸ਼ਵਾਸ ਹੋਇਆ ਕਿ ਉਸਨੇ ਅਗਾਂਹ ਦੀ ਸਾਰੀ ਪ੍ਰਕਿਰਿਆ ਵਿੱਚ ਉਸ ਦਾ ਪੂਰਾ ਸਾਥ ਦਿੱਤਾ। ਉਹ ਬਹੁਤ ਖੁਸ਼ ਸੀ, ਪਰ ਅਸਲੀ ਰਾਜ਼ ਤਾਂ ਹਲੇ ਪਤਾ ਲੱਗਣਾ ਬਾਕੀ ਸੀ। ਇਹ ਨਾਟਕ ਕਰਨ ਦਾ ਮਕਸਦ ਇਹ ਸੀ ਕਿ ਕਿਸੇ ਵੀ ਤਰੀਕੇ ਨਾਲ ਪਰਮਜੀਤ ਦੇ ਮਨ ਦੀ ਥਾਹ ਪਾਈ ਜਾ ਸਕੇ, ਤਾਂ ਕਿ ਪਤਾ ਲੱਗ ਸਕੇ ਕਿ ਉਹ ਸਹਿਯੋਗ ਕਿਉਂ ਨਹੀਂ ਸੀ ਕਰ ਰਹੀ। ਪਰ ਪਰਮਜੀਤ ਦੇ ਨੇੜੇ ਜਾ ਕੇ ਜਿਹੜਾ ਸੱਚ ਸਾਡੇ ਸਾਹਮਣੇ ਆਇਆ, ਉਸਨੇ ਤਾਂ ਸਾਡੇ ਰੌਂਗਟੇ ਹੀ ਖੜੇ ਕਰ ਦਿੱਤੇ। ਉਸ ਨੂੰ ਤਾਂ ਅਸਲ 'ਚ ਬਿਮਾਰੀ ਹੀ ਕੋਈ ਨਹੀਂ ਸੀ, ਉਹ ਤਾਂ ਸਿਰਫ ਇੱਕ ਖੇਡ ਖੇਡ ਰਹੀ ਸੀ, ਆਪਣੇ ਜਿੱਦ ਦੀ ਖੇਡ। ਇੱਕ ਦਿਨ ਉਸਨੇ ਮੈਨੂੰ ਦੱਸਿਆ, ਹੋਰ ਮੈਂ ਕੀ ਕਰਦੀ ਬਾਬਾ ਜੀ, ਜਦੋਂ ਵੀ ਬੋਲਦੇ ਆ ਸਾਧੂ ਸੰਤਾਂ ਬਾਰੇ ਪੁੱਠਾ ਹੀ ਬੋਲਦੇ ਆ। ਆਪ ਕਿਹੜਾ ਪਹਿਲਾਂ ਨਹੀਂ ਜਾਂਦੇ ਸੀ, ਪਰ ਫੇਰ ਪਤਾ ਨਹੀਂ ਕਿਹੜੇ ਤਰਕਾਂ ਦੇ ਚੱਕਰ 'ਚ ਪੈ ਗਏ, ਜਾਣਾ ਹੀ ਛੱਡ ਗਏ। ਮੈਂ ਤਾਂ ਬਸ ਇਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੀ ਸੀ ਬਾਬਾ ਜੀ, ਇਸੇ ਕਰਕੇ ਮੈਨੂੰ ਇਹ ਸਾਰਾ ਪ੍ਰਪੰਚ ਰਚਣਾ ਪਿਆ। ਉਸ ਵੇਲੇ ਤੱਕ ਤਾਂ ਸਾਡੇ ਮਨ ਤੇ ਬਹੁਤ ਬੋਝ ਸੀ ਕਿ ਅਸੀਂ ਇੱਕ ਪਰੇਸ਼ਾਨ ਔਰਤ ਨਾਲ ਨਾਟਕ ਕਰ ਰਹੇ ਹਾਂ, ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਨਾਟਕ ਤਾਂ ਸਾਡੇ ਨਾਲ ਹੋ ਰਿਹਾ ਸੀ। ਕਈ ਵਾਰੀ ਇਹ ਵੀ ਹੁੰਦਾ ਕਿ ਵਿਅਕਤੀ ਅਰਧ ਚੇਤਨ ਅਵਸਥਾ ਵਿੱਚ ਅਜਿਹੀਆਂ ਸਥਿਤੀਆਂ ਮਹਿਸੂਸ ਕਰਦਾ ਹੈ, ਉਸ ਨੂੰ ਲੱਗਦਾ ਹੈ ਕਿ ਉਸ ਦੇ ਸਰੀਰ ਵਿੱਚ ਦਰਦ ਹੋ ਰਿਹਾ ਹੈ, ਕੋਈ ਤਕਲੀਫ ਹੋ ਰਹੀ ਹੈ, ਪਰ ਹੁੰਦਾ ਕੁਝ ਵੀ ਨਹੀਂ ਹੁੰਦਾ, ਉਸ ਦੇ ਸੋਚਣ ਕਰਕੇ ਹੀ ਹੁੰਦਾ ਹੈ। ਇਹ ਇੱਕ ਹਿਸਟੀਰੀਆ ਕਿਸਮ ਦੀ ਬਿਮਾਰੀ ਹੈ, ਜਿਸ ਨੂੰ ਮਨੋਵਿਗਿਆਨਕ ਢੰਗ ਤਰੀਕਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਤਰਕਸ਼ੀਲ ਸੁਸਾਇਟੀ ਇਸ ਮਸਲੇ ਲਈ ਹਿਪਨੋਟਿਜ਼ਮ ਦਾ ਸਹਾਰਾ ਵੀ ਲੈਂਦੀ ਹੈ, ਤੇ ਜੋ ਪਰਿਵਾਰਕ ਤੇ ਸਮਾਜਿਕ ਕਾਉਂਸਲਿੰਗ ਆ ਉਸ ਦੇ ਜ਼ਰੀਏ ਇਹਨਾਂ ਨੂੰ ਹੱਲ ਕਰ ਲਿਆ ਜਾਂਦਾ। ਪਿੰਡੇ ਦਾ ਦਰਦ ਜਾਂ ਤਾਂ ਪਰਮਜੀਤ ਦਾ ਵਹਿਮ ਸੀ, ਜਾਂ ਤਰਕਸ਼ੀਲ ਘਰ ਵਾਲੇ ਕੋਲੋਂ ਆਪਣੀ ਗੱਲ ਮਨਵਾਉਣ ਲਈ ਰੱਖਿਆ ਗਿਆ ਪਰਪੰਚ। ਪਰ ਇਹ ਤੈਅ ਹੈ ਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਜ਼ਾਹਿਰ ਹੈ ਕਿਸੇ ਡਾਕਟਰ ਦੇ ਇਲਾਜ ਨੇ ਉਸ ਉੱਪਰ ਕੋਈ ਅਸਰ ਨਹੀਂ ਸੀ ਕਰਨਾ। ਅਸਰ ਕਰਨਾ ਸੀ ਤਾਂ ਕਿਸੇ ਸਾਧ ਸੰਤ ਦੇ ਮੰਤਰਾਂ ਨੇ, ਤੇ ਇਹ ਭਾਵੇਂ ਨਕਲੀ ਹੀ ਕਿਉਂ ਨਾ ਹੁੰਦੇ। ਸਾਨੂੰ ਤਾਂ ਸ਼ੱਕ ਹੈ ਕਿ ਉਹ ਡਾਕਟਰ ਦੀ ਦਿੱਤੀ ਦਵਾਈ ਵੀ ਖਾਂਦੀ ਹੋਵੇਗੀ। ਇਸੇ ਕਰਕੇ ਤਾਂ ਉਹ ਸਮੋਹਿਤ ਨਹੀਂ ਸੀ ਹੋਈ। ਘਰ ਵਿੱਚ ਪਏ ਤਰਕਸ਼ੀਲ ਲਿਟਰੇਚਰ ਨੂੰ ਪੜ੍ਹ ਕੇ ਉਸ ਨੂੰ ਪਤਾ ਸੀ ਕਿ ਸਮੋਹਿਤ ਅਵਸਥਾ ਦੇ ਵਿੱਚ ਸੱਚ ਜਾਣਿਆ ਜਾ ਸਕਦਾ ਹੈ। ਤੇ ਅਜਿਹੀ ਹਾਲਤ ਵਿੱਚ ਇਲਾਜ ਕੀ ਹੋ ਸਕਦਾ ਸੀ? ਜਦੋਂ ਬਿਮਾਰੀ ਹੀ ਕੋਈ ਨਹੀਂ ਸੀ, ਤਾਂ ਫਿਰ ਗੁਰਦੇਵ ਨੂੰ ਸਲਾਹ ਦਿੱਤੀ ਕਿ ਉਹਦੀਆਂ ਭਾਵਨਾਵਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰੇ। ਨਾਸਤਿਕਤਾ ਅਤੇ ਤਰਕਸ਼ੀਲਤਾ ਵਿੱਚ ਫਰਕ ਹੈ। ਧਾਰਮਿਕ ਹੁੰਦਿਆਂ ਹੋਇਆਂ ਵੀ ਕੋਈ ਤਰਕਸ਼ੀਲ ਹੋ ਸਕਦਾ ਹੈ, ਬਸ਼ਰਤੇ ਕਿ ਧਰਮ ਪ੍ਰਤੀ ਉਸ ਦੀ ਸ਼ਰਧਾ ਅੰਧ ਵਿਸ਼ਵਾਸੀ ਨਾ ਹੋਵੇ। ਲੋਕਾਂ ਦੀ ਚੇਤਨਾ ਨੂੰ ਜਾਗਰਿਤ ਕਰਨਾ ਹਰੇਕ ਸਮਾਜਿਕ ਸੰਸਥਾ ਦਾ ਬੁਨਿਆਦੀ ਮੰਤਵ ਹੋਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ ਭਾਵੇਂ ਇਹ ਕੰਮ ਧਰਮ ਦੇ ਪਲੇਟਫਾਰਮ ਤੇ ਹੋਵੇ ਜਾਂ ਤਰਕ ਦੇ ਪਲੇਟਫਾਰਮ ਤੇ।